ਗੁੱਡ ਮਾਰਨਿੰਗ ਟੂ ਆਲ ਆਫ ਯੂ। ਪ੍ਰੋਫੈਸਰ ਸਾਹਿਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸਿੰਘ ਸਵਾਗਤ ਕਰਦਾ ਹਾਂ। ਸੋ ਅੱਜ ਜਿਹੜੀ ਅਸੀਂ ਖਬਰ ਲੈ ਕੇ ਆਏ ਹਾਂ ਉਹ ਹੈ ਕਿ ਐਗਜ਼ਾਮ ਆ ਰਹੇ ਨੇ ਬੱਚਿਆਂ ਦੇ ਫਾਈਨਲ। ਸੋ ਉਸ ਦੇ ਵਿੱਚ ਬੱਚਿਆਂ ਨੂੰ ਕਿਹੜੀਆਂ ਇੰਸਟਰਕਸ਼ਨਸ ਕਿਹੜੀਆਂ ਜਾਣਕਾਰੀਆਂ ਨੂੰ ਫੋਲੋ ਕਰਨੀਆਂ ਜ਼ਰੂਰੀ ਨੇ, ਅੱਜ ਉਸ ਬਾਰੇ ਚਰਚਾ ਕਰਾਂਗੇ। ਸੋ ਕਾਲਜ ਵੱਲੋਂ ਮੈਨੇਜਮੈਂਟ ਕਾਲਜ ਦੇ ਬੇਸ ਦੇ ਉੱਤੇ PTU ਵੱਲੋਂ ਕੁਝ ਬੱਚਿਆਂ ਦੇ ਲਈ ਇੰਸਟਰਕਸ਼ਨ ਆਈਆਂ ਨੇ। ਪੇਪਰ ਅਟੈਂਪਟ ਕਰਨ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੇ ਬਾਰੇ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚੇ ਨੇ ਕਿ ਉਹ ਐਗਜ਼ਾਮ ਲਿਖ ਆਉਂਦੇ ਨੇ ਪਰ ਇੰਸਟਰਕਸ਼ਨ ਨੂੰ ਫੋਲੋ ਕਰਕੇ ਉਸ ਚੀਜ਼ ਨੂੰ ਨਹੀਂ ਦਿੰਦੇ ਪੇਪਰ, ਅਤੇ ਕਈ ਵਾਰ ਪੇਪਰ ਜੋ ਹੈ UGC ਦੀ ਧਾਰਾ ਦੇ ਅਧੀਨ ਉਹ ਪੇਪਰ ਕੈਂਸਲੇਸ਼ਨ ਵਿੱਚ ਪੈ ਜਾਂਦਾ ਹੈ ਕਿ ਉਹ ਪੇਪਰ ਰੱਦ ਕਰ ਦਿੱਤਾ ਜਾਂਦਾ ਹੈ। ਸੋ ਇਹਨਾਂ ਗੱਲਾਂ ਨੂੰ ਜੋ ਮੈਂ ਦੱਸਣ ਜਾ ਰਿਹਾ ਪ੍ਰੋਪਰਲੀ ਸੁਣੋ, ਧਿਆਨ ਦੇ ਨਾਲ ਵੀਡੀਓ ਦੇਖੋ ਅਤੇ ਇਹਨਾਂ ਗੱਲਾਂ ਨੂੰ ਅਪਣਾ ਕੇ ਹੀ ਪੇਪਰ ਕਰਨਾ ਤੁਸੀਂ। ਸੋ ਪੁਆਇੰਟ ਨੇ 13, ਇੱਕ ਬਾਏ ਮੈਂ ਪੁਆਇੰਟ ਦੱਸਾਂਗਾ ਅਤੇ ਤੁਸੀਂ ਸਾਰਿਆਂ ਨੇ ਉਸ ਪੁਆਇੰਟ ਦੇ ਉੱਤੇ ਫੋਕਸ ਕਰਨਾ। ਫਸਟ ਪੁਆਇੰਟ ਜੋ ਲਿਖਿਆ ਹੋਇਆ ਉਹ ਕਹਿ ਰਹੇ ਨੇ ਕਿ ਚੈੱਕ ਦੀ ਐਗਜ਼ਾਮੀਨੇਸ਼ਨ ਡੇਟ ਸ਼ੀਟ ਕੇਅਰਫੁਲੀ। ਸੋ ਐਗਜ਼ਾਮੀਨੇਸ਼ਨ ਡੇਟ ਸ਼ੀਟ ਤੁਹਾਨੂੰ ਦੋ ਤਰ੍ਹਾਂ ਦੀ ਆਈ ਹੋਏਗੀ, ਇੱਕ ਪ੍ਰਪੋਜ਼ਡ ਹੋਵੇਗੀ, ਇੱਕ ਫਾਈਨਲ ਡੇਟ ਸ਼ੀਟ ਹੋਵੇਗੀ। ਤੁਸੀਂ ਪ੍ਰਪੋਜ਼ਡ ਨਹੀਂ ਦੇਖਣੀ, ਤੁਸੀਂ ਫਾਈਨਲ ਡੇਟ ਸ਼ੀਟ ਦੇ ਰਿਲੇਟ ਦੇ ਨਾਲ ਤੁਸੀਂ ਐਗਜ਼ਾਮ ਜਿਹੜਾ ਦੇਣਾ ਹੈ। ਸੋ ਫਾਈਨਲ ਡੇਟ ਸ਼ੀਟ ਜਿਹੜੀ ਹੋਵੇਗੀ ਤੁਸੀਂ ਉਸ ਦੇ ਹਿਸਾਬ ਦੇ ਨਾਲ ਐਗਜ਼ਾਮ ਜਿਹੜਾ ਤੁਸੀਂ ਦੇਣਾ ਹੈ। ਸੋ ਡੇਟ ਸ਼ੀਟ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਇਹੀ ਨਹੀਂ ਪਤਾ ਹੋਇਆ ਕਿ ਪੇਪਰ ਕਾਹਦਾ, ਤੁਸੀਂ ਪੇਪਰ ਕਿੱਦਾਂ ਦੇਵੋਗੇ। Count the answer sheets. If found less than 32 then ask the invigilator to replace it. ਇਹ ਕਹਿ ਰਿਹਾ ਕਿ ਜਿਹੜੀ ਤੁਹਾਨੂੰ ਆਨਸਰ ਸ਼ੀਟ ਮਿਲਦੀ ਆ ਉਹਦੇ 32 ਪੇਜ ਹੁੰਦੇ ਆ। ਕਹਿਣ ਦਾ ਭਾਵ ਕਿ ਜਿਹੜਾ ਤੁਸੀਂ ਆਨਸਰ ਲਿਖਣਾ ਹੁੰਦਾ ਆ ਉਹਦੇ ਲਈ ਤੁਹਾਨੂੰ ਇੱਕ ਸ਼ੀਟ ਜਿਹੜੀ ਮਿਲਦੀ ਜਿਹਦੇ ਉੱਤੇ ਤੁਸੀਂ ਆਨਸਰ ਲਿਖਣੇ ਆ, ਉਹ 32 ਪੇਜ ਹੁੰਦੇ ਨੇ। ਉਹਨੂੰ ਚੈੱਕ ਕਰੋ ਕਿ ਉਹ ਪੇਜ ਫਟੇ ਹੋਏ ਤਾਂ ਨਹੀਂ ਹੈਗੇ, ਉਹ ਪੇਜ ਖਰਾਬ ਤਾਂ ਨਹੀਂ ਹੈਗੇ, ਉਹਨਾਂ ਪੇਜਾਂ ਦੇ ਉੱਤੇ ਕੋਈ ਲਿਖਿਆ ਤਾਂ ਨਹੀਂ ਹੋਇਆ ਪਹਿਲਾਂ ਤੋਂ। ਅਗਰ ਉਹ ਪੇਜ ਖਰਾਬ ਹਨ ਤਾਂ ਤੁਸੀਂ ਉੱਥੇ ਜਿਹੜਾ ਤੁਹਾਡਾ ਇਨਵੀਗੀਲੇਟਰ ਹੈਗਾ ਆ ਉਸ ਨੂੰ ਕਹਿ ਸਕਦੇ ਨੇ, ਜਾਂ ਕਹਿ ਲਓ ਕਿ ਜਿਹੜਾ ਟੀਚਰ ਤੁਹਾਡੀ ਕਲਾਸ ਦੇ ਵਿੱਚ ਉਸ ਵੇਲੇ ਮੌਜੂਦ ਹੈ ਉਸ ਨੂੰ ਕਿਹਾ ਜਾ ਸਕਦਾ ਕਿ ਮੈਮ ਸਾਡੀ ਸੀਟ ਜਾਂ ਸਰ ਸਾਡੀ ਸੀਟ ਜਿਹੜੀ ਫਟੀ ਹੋਈ ਹੈ ਇਸ ਨੂੰ ਚੇਂਜ ਕਰ ਦਿੱਤਾ ਜਾਵੇ। ਸੋ ਇਹ ਚੀਜ਼ ਦਾ ਪ੍ਰੋਪਰ ਪਹਿਲੇ ਨੰਬਰ 'ਤੇ ਤੁਸੀਂ ਦੇਖਣੀ ਆ। ਸੋ ਸੈਕਿੰਡ ਪੁਆਇੰਟ 'ਤੇ ਆਉਂਦੇ ਆ। ਸੈਕਿੰਡ ਪੁਆਇੰਟ ਕਹਿ ਰਹੇ ਨੇ ਬਰਿੰਗ ਯੂਅਰ ਸਟੂਡੈਂਟ ਐਡਮਿਟ ਕਾਰਡ ਐਂਡ ID ਕਾਰਡ ਬੋਥ ਡਿਊਰਿੰਗ ਦੀ ਐਗਜ਼ਾਮੀਨੇਸ਼ਨ। ਬਿਲਕੁਲ ਸਹੀ ਗੱਲ ਹੈ। ਸਭ ਤੋਂ ਜ਼ਰੂਰੀ ਹੈ ਐਡਮਿਟ ਕਾਰਡ ਜਿਹੜਾ ਤੁਸੀਂ ਕਾਲਜ ਵੱਲੋਂ ਤੁਹਾਨੂੰ ਇਸ਼ੂ ਕੀਤਾ ਗਿਆ, ਜਿਸ ਦੇ ਉੱਤੇ ਤੁਹਾਡੀ ਫੋਟੋ ਲੱਗੀ ਆ, ਸਿਗਨੇਚਰ ਹੋਏ, ਉਹ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਗੈਰ ਤੁਸੀਂ ਐਗਜ਼ਾਮ ਨਹੀਂ ਦੇ ਸਕਦੇ। ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ID ਤੁਹਾਡੀ ਹੋਣੀ ਬਹੁਤ ਜ਼ਰੂਰੀ ਆ। ID ਦੇ ਵਿੱਚ ਤੁਹਾਡਾ ਆਧਾਰ ਕਾਰਡ ਹੋ ਸਕਦਾ ਆ, ID ਦੇ ਵਿੱਚ ਤੁਹਾਡਾ ਪੈਨ ਕਾਰਡ ਹੋ ਸਕਦਾ, ID ਦੇ ਵਿੱਚ ਤੁਹਾਡਾ ਡਰਾਈਵਿੰਗ ਲਾਇਸੈਂਸ ਹੋ ਸਕਦਾ ਆ। ਸੋ ਇੱਕ ID ਤੁਹਾਡੀ ਜਿਹੜੀ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ। You will not be allowed to enter the examination hall without these. ਇਹਨਾਂ ਤੋਂ ਅਗਰ ਤੁਹਾਡੇ ਕੋਲ ਨਹੀਂ ਹੈਗੇ ਤਾਂ ਤੁਹਾਨੂੰ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਨਹੀਂ ਐਂਟਰ ਹੋਣ ਦਿੱਤਾ ਜਾਵੇਗਾ। All should be in proper uniform. ਸੋ ਸਾਰਿਆਂ ਨੂੰ ਯੂਨੀਫਾਰਮਸ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ। ਯੂਨੀਫਾਰਮਸ ਤੋਂ ਬਗੈਰ ਤੁਹਾਨੂੰ ਐਗਜ਼ਾਮੀਨੇਸ਼ਨ ਸੈੱਲ ਦੇ ਵਿੱਚ ਨਹੀਂ ਐਂਟਰ ਹੋਣ ਦਿੱਤਾ ਜਾਵੇਗਾ। Do not bring any unauthorized material. ਸੋ ਇਹ ਕਹਿ ਰਿਹਾ ਕਿ ਤੁਸੀਂ ਕੁਝ ਮਟੀਰੀਅਲ ਇਹਨਾਂ ਨੇ ਅੱਗੇ ਦੇਖੋ ਦਿੱਤਾ ਹੈ ਕਿ ਰਿਟਨ ਨੋਟਸ, ਪੇਪਰ, ਸਟਿੱਕੀ ਟੇਪ, ਇਰੇਜ਼ਰ ETC, ਇਹ ਟੇਪ ਰੇਜ਼ਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ, ਆਪਣੇ ਨਾਲ ਨਹੀਂ ਲੈ ਕੇ ਜਾ ਸਕਦੇ। ਕਿ ਰਿਟਨ ਨੋਟਸ, ਕੋਈ ਪੇਪਰ ਜਾਂ ਸਟਿੱਕੀ ਟੇਪ, ਇਰੇਜ਼ਰ ਜਿਹੜਾ ਹੁੰਦਾ ਆ। ਸੋ ਉਸ ਤੋਂ ਬਾਅਦ ਚੌਥੇ ਪੁਆਇੰਟ 'ਤੇ ਆਈਏ ਤਾਂ ਉਹ ਕਹਿ ਰਹੇ ਨੇ ਆਨਸਰ ਸੀਟਸ ਮੇ ਬੀ ਗਿਵਨ ਟੂ ਯੂ 10 ਮਿੰਟ ਪ੍ਰੀਅਰ ਟੂ ਸਟਾਰਟ ਦੀ ਐਗਜ਼ਾਮੀਨੇਸ਼ਨ। ਤੁਹਾਨੂੰ ਤੁਹਾਡੀ ਆਨਸਰ ਸੀਟ ਜਿਹੜੀ ਹੈ 10 ਮਿੰਟ ਪਹਿਲਾਂ ਦੇ ਦਿੱਤੀ ਜਾਵੇਗੀ ਐਗਜ਼ਾਮ ਸ਼ੁਰੂ ਹੋਣ ਤੋਂ ਪਹਿਲਾਂ, ਸੋ ਦੈਟ ਯੂ ਕੈਨ ਚੈੱਕ ਐਨੀ ਡਿਸਕ੍ਰਿਪੈਂਸੀ ਇਨ ਦੀ ਆਨਸਰ ਸ਼ੀਟ। ਤਾਂ ਤੁਸੀਂ ਚੈੱਕ ਕਰ ਪਾਓ ਕਿ ਕੋਈ ਉਹਦੇ ਵਿੱਚ ਕੋਈ ਖਰਾਬੀ ਤਾਂ ਨਹੀਂ ਹੈਗੀ। ਆਨਸਰ ਸ਼ੀਟ ਜਿਹੜੀ 32 ਸੀਟਾਂ ਵਾਲੀ ਤੁਹਾਨੂੰ ਦਿੱਤੀ ਉਹ ਜਿਹੜੀ ਉਹਦੇ ਵਿੱਚ ਕੁਛ ਫਟਿਆ ਹੋਇਆ ਤਾਂ ਨਹੀਂ ਹੈਗਾ। ਰੀਡ ਦੀ ਇੰਸਟਰਕਸ਼ਨ ਰਿਟਨ ਔਨ ਫਰੰਟ ਸੀਟ ਆਫ ਯੂਰ ਆਨਸਰ ਸ਼ੀਟ ਐਂਡ ਫਿਲ ਦੀ ਡਾਟਾ ਕੇਅਰਫੁਲੀ। ਇਹ ਸਭ ਤੋਂ ਮੇਨ ਗੱਲ ਆਉਂਦੀ ਆ ਕਿ ਆਨਸਰ ਸ਼ੀਟ ਜਿਹੜੀ ਹੁੰਦੀ ਹੈ ਉਹਦੇ ਪਹਿਲੇ ਪੇਜ ਦੇ ਉੱਤੇ ਹਰ ਚੀਜ਼ ਲਿਖੀ ਹੁੰਦੀ ਆ ਕਿ ਉਹਦੇ ਵਿੱਚ M ਕੋਡ ਕਿੱਥੇ ਭਰਨਾ ਆ, ਉਹਦੇ ਵਿੱਚ ਨਾਮ ਆਉਣਾ ਆ, ਉਹਦੇ ਵਿੱਚ ਰੋਲ ਨੰਬਰ, ਅਤੇ ਉਹ ਬਲੈਕ ਪੈਨ ਦੇ ਨਾਲ ਜਿਹੜਾ ਉਹ ਕਰਨਾ ਹੁੰਦਾ ਆ, ਡੱਬੇ ਕਾਲੇ ਕਰਨੇ ਹੁੰਦੇ ਆ,
ਉਹ ਬਿਲਕੁਲ ਧਿਆਨ ਦੇ ਨਾਲ ਕਰਨੇ, ਕਿਉਂਕਿ ਆਨਸਰ ਸ਼ੀਟ ਤੁਹਾਨੂੰ ਦੁਬਾਰਾ ਨਹੀਂ ਮਿਲਣੀ। ਇਹ ਨਾ ਸੋਚੋ ਕਿ ਆਨਸਰ ਸ਼ੀਟ ਖਰਾਬ ਕਰਤੀ ਤੇ ਦੁਬਾਰਾ ਮਿਲ ਜੂਗੀ। ਆਨਸਰ ਸ਼ੀਟ ਤੇ ਨੰਬਰ ਸੀਰੀਅਲ ਵਾਈਜ਼ ਨੰਬਰ ਲਿਖੇ ਹੁੰਦੇ ਆ, ਉਹ ਨੰਬਰ ਦੇ ਬੇਸ ਦੇ ਉੱਤੇ ਤੁਹਾਨੂੰ ਆਨਸਰ ਸ਼ੀਟ ਮਿਲਦੀ ਆ। ਇਸ ਕਰਕੇ ਆਨਸਰ ਸ਼ੀਟ ਨੂੰ ਖਰਾਬ ਨਾ ਕੀਤਾ ਜਾਵੇ। ਉਹ ਇੰਸਟਰਕਸ਼ਨ ਜਿਹੜੀਆਂ ਅੱਗੇ ਲਿਖੀਆਂ ਉਹਨੂੰ ਧਿਆਨ ਨਾਲ ਪੜ੍ਹਿਆ ਜਾਵੇ। ਅਗਰ ਨਹੀਂ ਪਤਾ ਲੱਗਦਾ ਤਾਂ ਉੱਥੇ ਜਿਹੜਾ ਟੀਚਰ ਅਵੇਲੇਬਲ ਹੈਗਾ ਉਸ ਨੂੰ ਪੁੱਛ ਸਕਦੇ ਹੋ, ਬਟ ਧਿਆਨ ਨਾਲ ਪੜ੍ਹ ਕੇ ਉਹ ਆਨਸਰ ਸ਼ੀਟ ਦਾ ਜਿਹੜਾ ਤੁਸੀਂ ਭਰਨਾ ਆ ਪੇਜ। Do not write name, roll number, etc. on the other pages of answer sheet except the front page। ਸਿਰਫ ਫਰੰਟ ਪੇਜ ਦੇ ਉੱਤੇ ਜਿੱਥੇ ਤੁਹਾਡਾ ਰੋਲ ਨੰਬਰ, ਨੇਮ ਵਗੈਰਾ ਲਿਖਿਆ ਹੋਏਗਾ ਉੱਥੇ ਲਿਖਣਾ ਹੈ। ਉਸ ਤੋਂ ਇਲਾਵਾ ਤੁਸੀਂ ਹੋਰ ਕਿਤੇ ਵੀ ਆਪਣਾ ਰੋਲ ਨੰਬਰ, ਆਪਣਾ ਨੇਮ ਉੱਪਰ ਕਿਤੇ ਵੀ ਕਈ ਇੱਕ ਓਂਕਾਰ ਬਣਾ ਦਿੰਦੇ, ਇੱਦਾਂ ਦੀ ਕੋਈ ਚੀਜ਼ ਨਹੀਂ ਬਣਾਉਣੀ ਹੈਗੀ। ਇਹ ਚੀਜ਼ ਨਹੀਂ ਉੱਥੇ ਜਿਹੜੀ ਅਸੈਪਟ ਕੀਤੀ ਜਾਵੇਗੀ। ਪੰਜਵਾਂ ਪੁਆਇੰਟ ਅਗਰ ਦੇਖੀਏ ਤਾਂ ਕਹਿੰਦੇ ਸਟੂਡੈਂਟ ਆਰ ਇੰਸਟਰਕਟਡ ਟੂ ਕ੍ਰੋਸ ਦੀ ਬਲੈਂਕ ਸੀਟਸ ਬਿਫੋਰ ਹੈਂਡਲਿੰਗ ਓਵਰ ਦੀ ਆਨਸਰ ਸ਼ੀਟ ਟੂ ਦੀ ਇਨਵੀਗੀਲੇਟਰ। ਕਹਿ ਰਿਹਾ ਕਿ ਜਦੋਂ ਤੁਸੀਂ ਪੇਪਰ ਕਰ ਲਿਆ, ਸਪੋਜ਼ ਕਰੋ ਤੁਹਾਡਾ ਪੇਪਰ 20 ਪੇਜਾਂ 'ਤੇ ਹੋ ਗਿਆ, ਫਿਰ ਉਸ ਤੋਂ ਬਾਅਦ 21, 22, 23, 24, 32 ਤੱਕ ਜਿਹੜਾ ਤੁਸੀਂ ਉੱਤੇ ਕ੍ਰੋਸ ਮਾਰ ਦੇਣਾ। ਕ੍ਰੋਸ ਮਤਲਬ ਕਿ ਤੁਸੀਂ ਪੈਨ ਦੇ ਨਾਲ ਲਾਈਨਾਂ ਮਾਰ ਦੇਣੀਆਂ ਕਿ ਅਸੀਂ ਇੰਨੇ ਪੇਜ ਭਰੇ ਆ, ਅਤੇ ਅੱਗੇ ਪੇਜ 'ਤੇ ਲਿਖਿਆ ਹੁੰਦਾ ਕਿ ਟੋਟਲ ਨੰਬਰ ਆਫ ਪੇਜਸ ਕਿੰਨੇ ਭਰੇ ਆ, ਉੱਤੇ ਲਿਖ ਕੇ ਆਉਣਾ। ਪਹਿਲੇ ਪੇਜ 'ਤੇ ਲਿਖਿਆ ਹੁੰਦਾ ਕਿ ਤੁਸੀਂ ਕਿੰਨੀਆਂ ਸੀਟਸ ਭਰੀਆਂ, ਉੱਤੇ ਲਿਖ ਕੇ ਪਿੱਛੇ ਕ੍ਰੋਸ ਮਾਰ ਦੇਣਾ। ਕ੍ਰੋਸ ਵੀ ਮਾਰ ਸਕਦੇ ਹੋ, ਕਾਂਟਾ ਮਾਰ ਸਕਦੇ ਹੋ, ਜਾਂ ਉਹਦੀ ਜਗ੍ਹਾ ਇੱਕ ਲਾਈਨ ਵੀ ਮਾਰ ਸਕਦੇ ਹੋ। ਇਟਸ ਡਿਪੈਂਡ ਔਨ ਯੂ। ਅਗਰ ਅਸੀਂ 6ਵਾਂ ਪੁਆਇੰਟ ਪੜ੍ਹੀਏ ਤਾਂ ਉਹ ਕਹਿ ਰਿਹਾ ਨੋ ਸੀਟ ਸ਼ੁੱਡ ਬੀ ਲੈਫਟ ਬਲੈਂਕ, ਐਨੀ ਰਿਟਨ ਮਟੀਰੀਅਲ ਆਫਟਰ ਏ ਬਲੈਂਕ ਸੀਟ ਵਿਲ ਨੋਟ ਬੀ ਐਵੈਲੂਏਟਡ ਚੈੱਕਡ। ਕਹਿੰਦੇ ਕਿ ਇਹ ਨਾ ਹੋਏ ਕਿ ਵਿੱਚ ਕੋਈ ਸੀਟ ਤੁਸੀਂ ਬਲੈਂਕ ਛੱਡੀ ਹੋਏ, ਖਾਲੀ ਨਹੀਂ ਛੱਡਣੀ। ਖਾਲੀ ਸੀਟ ਤੋਂ ਬਾਅਦ ਜੋ ਵੀ ਲਿਖਿਆ ਹੋਏ ਉਹ ਨਹੀਂ ਚੈੱਕ ਹੋਵੇਗਾ। ਇਸ ਕਰਕੇ ਸੀਟ ਤੁਹਾਡੀ ਕੋਈ ਖਾਲੀ ਨਹੀਂ ਰਹਿਣੀ ਚਾਹੀਦੀ। ਅਗਰ ਖਾਲੀ ਆ ਉੱਥੇ ਕ੍ਰੋਸ ਮਾਰ ਦੇਣਾ, ਉਹ ਵੀ ਲਾਸਟ ਵਾਲੀਆਂ ਖਾਲੀ ਜਿਹੜੀਆਂ ਉੱਤੇ ਮਾਰਨਾ, ਵਿੱਚ ਕੋਈ ਖਾਲੀ ਨਹੀਂ ਛੱਡਣੀ ਹੈਗੀ। 7 ਪੁਆਇੰਟ ਦੀ ਗੱਲ ਕਰੀਏ, ਕਹਿ ਰਹੇ ਨੇ ensure that you use the washroom before arriving for your exam as you will not be permitted to leave during the first half time। ਕਿ ਪੇਪਰ ਵਿੱਚ ਆਉਣ ਤੋਂ ਪਹਿਲਾਂ ਆਪਣਾ ਵਾਸ਼ਰੂਮ ਵਗੈਰਾ ਯੂਜ਼ ਕਰਕੇ ਤੁਸੀਂ ਆਉਣਾ ਆ, ਮਤਲਬ ਕਿ ਹਾਫ ਟਾਈਮ ਤੋਂ ਬਾਅਦ ਹੀ ਜਾਣ ਦਿੱਤਾ ਜਾਊਗਾ, ਹਾਫ ਟਾਈਮ ਤੋਂ ਪਹਿਲਾਂ ਤੁਹਾਨੂੰ ਨਹੀਂ ਜਾਣ ਦਿੱਤਾ ਜਾਵੇਗਾ, ਇਹ ਕਹਿ ਰਹੇ ਆ। ਯੂ ਆਰ ਨੋਟ ਅਲਾਊਡ ਟੂ ਬਰਿੰਗ ਯੂਅਰ ਮੋਬਾਈਲ ਫੋਨਸ ਇਨ ਦੀ ਐਗਜ਼ਾਮੀਨੇਸ਼ਨ ਸੈਂਟਰ। ਇਹ ਤੁਹਾਨੂੰ ਪਤਾ ਹੀ ਆ, ਫੋਨ ਅਲਾਉਡ ਨਹੀਂ ਹੁੰਦੇ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ। ਪਲੇਸ ਯੂਅਰ ਸਟੂਡੈਂਟ ID ਕਾਰਡ ਔਨ ਯੂਅਰ ਡੈਸਕ ਨੈਕਸਟ ਟੂ ਯੂਅਰ ਐਡਮਿਟ ਕਾਰਡ। ਜਿਹੜਾ ਤੁਹਾਡਾ ID ਕਾਰਡ ਹੈ ਉਹ ਤੁਸੀਂ ਜਿੱਥੇ ਪੇਪਰ ਦੇ ਰਹੇ ਹੋ ਉੱਥੇ ਨਾਲ ਰੱਖਣਾ, ਐਡਮਿਟ ਕਾਰਡ ਵੀ ਅਤੇ ID ਕਾਰਡ ਵੀ, ਤਾਂ ਜੋ ਇਨਵੀਗੇਟਰ ਆ ਕੇ ਉਹ ਚੀਜ਼ ਨੂੰ ਚੈੱਕ ਕਰ ਪਾਏ। ਉਹ ਹੋਰ ਨਾ ਕਿਤੇ ਜੇਬਾਂ 'ਚੋਂ ਕੱਢ ਕੇ ਦਿਖਾ ਰਹੇ ਹੋਣ ਉਹਲੇ, ਉਹ ਪਹਿਲਾਂ ਹੀ ਉੱਥੇ ਤੁਸੀਂ ਰੱਖ ਦੇਣਾ ਆ। Listen carefully for two instructions. Students are required to comply with the instructions of invigilator at all time। ਅਗਰ ਇੰਸਟਰਕਸ਼ਨ ਜਿਹੜੀਆਂ ਨੇ ਤੁਹਾਡਾ ਇਨਵੀਗੇਟਰ ਦੇ ਰਿਹਾ ਕਿ ਕੀ ਕਰਨਾ ਆ, ਕਿੱਦਾਂ ਕਰਨਾ ਆ, ਉਹਨੂੰ ਕੇਅਰਫੁਲੀ ਸੁਣਨਾ ਆ, ਫਿਰ ਉਸ ਚੀਜ਼ ਨੂੰ ਤੁਸੀਂ ਫੋਲੋ ਅਪ ਕਰਨਾ ਆ। ਆਪ ਨਹੀਂ ਕੋਲ ਲੱਗੇ ਰਹਿਣਾ ਕਿ ਸਾਨੂੰ ਪਤਾ ਅਸੀਂ ਕਿੱਦਾਂ ਭਰਨਾ ਫਾਰਮ, ਠੀਕ ਹੈ। ਸੋ ਫਸਟ ਪੇਜ ਜੋ ਭਰਨਾ ਆ ਉਹ ਇਨਵੀਗੇਟਰ ਜਿੱਦਾਂ ਕਹੂਗਾ ਉੱਦਾਂ ਭਰਨਾ। No candidate should be allowed to enter the examination center 15 minutes after the start of exam। 15 ਮਿੰਟ ਲੇਟ ਜਿਹੜਾ ਆਇਆ ਉਹਨੂੰ ਐਗਜ਼ਾਮ ਨਹੀਂ ਦੇਣ ਦਿੱਤਾ ਜਾਊਗਾ। 10 ਮਿੰਟ ਪਹਿਲਾਂ ਆਉਣਾ ਬਹੁਤ ਜ਼ਰੂਰੀ ਹੈ, ਮੇਨ ਗੱਲ ਯਾਦ ਰੱਖਿਓ, ਇਸ ਕਰਕੇ ਤੁਸੀਂ ਪਹਿਲਾਂ ਆਉਣੇ ਚਾਹੀਦੇ। No supplementary answer book ਜਾਂ ਕੋਈ ਵੀ ਕੰਟੀਨਿਊਏਸ਼ਨ ਸੀਟ ਵਿਲ ਬੀ ਪ੍ਰੋਵਾਈਡਡ। ਹਾਂ, ਜਿੰਨੀਆਂ ਸੀਟਸ ਮਿਲੀਆਂ 32 ਦੀਆਂ 32, ਉਸ ਤੋਂ ਬਾਅਦ ਕੋਈ ਸੀਟ ਨਹੀਂ ਪ੍ਰੋਵਾਈਡ ਕੀਤੀ ਜਾਣੀ, ਸਾਰਾ ਪੇਪਰ ਉਹਦੇ ਵਿੱਚ ਹੀ ਹੋਣਾ ਆ। ਸੋ ਹੋਰ ਐਕਸਟਰਾ ਸੀਟ ਨਹੀਂ ਮਿਲਦੀ ਹੈਗੀ। ਇਸ ਕਰਕੇ ਜਿੰਨਾ ਵੀ ਪੇਪਰ ਹੈ ਉਸ ਹਿਸਾਬ ਨਾਲ ਕਰੋ ਕਿ ਤੁਹਾਡੀਆਂ 32 ਪੇਜਸ ਦੇ ਉੱਤੇ ਉਹ ਆ ਜਾਵੇ। ਮਿਸਬਿਹੇਵਿੰਗ ਵਿਦ ਇਨਵੀਗੀਲੇਟਰ ਵਿਲ ਡੈਬਰਡ you from examination will be attract UMC on the ground of misbehaving and non-compliance with the exam rules। ਜੇਕਰ ਤੁਸੀਂ ਇਨਵੀਗੀਲੇਟਰ ਜਿਹੜਾ ਹੈਗਾ ਉਹਦੇ ਨਾਲ ਮਿਸਬਿਹੇਵ ਕਰਦੇ ਆ, ਉਹਨੂੰ ਕੁਛ ਵੀ ਕਹਿੰਦੇ ਹੋ, ਠੀਕ ਹੈ, ਸੋ ਉਹਦੇ ਬੇਸ ਦੇ ਉੱਤੇ ਤੁਹਾਡੇ 'ਤੇ UMC ਬਣ ਸਕਦੀ ਆ। ਕੰਪਲੇਂਟ ਦੇ ਅਧੀਨ ਜੋ ਵੀ ਐਗਜ਼ਾਮ ਰੂਲਸ ਦੇ ਅਧੀਨ ਤੁਹਾਡੇ 'ਤੇ ਕਾਰਵਾਈ ਹੋ ਸਕਦੀ, ਤੁਹਾਡਾ ਪੇਪਰ ਕੈਂਸਲ ਹੋ ਸਕਦਾ ਜਾਂ ਕੋਈ ਹੋਰ ਕਾਰਵਾਈ ਜੋ ਤੁਹਾਡੇ 'ਤੇ ਪਾਈ ਜਾ ਸਕਦੀ ਹੈ। ਇਸ ਕਰਕੇ ਮਿਸਬਿਹੇਵ ਨਹੀਂ ਕਰਨਾ ਹੈਗਾ ਕਿਸੇ ਨਾਲ, ਪਿਆਰ ਦੇ ਨਾਲ ਪੇਪਰ ਦੇਣਾ ਆ। ਅਗਰ ਕਿਸੇ ਨੂੰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਪ੍ਰੋਫੈਸਰ ਗੁਰਪ੍ਰੀਤ
ਮਾਡਰਨ ਗਰੁੱਪ ਆਫ ਕਾਲਜ ਜੋ ਮੇਰੇ ਇੱਥੇ ਤੁਸੀਂ ਕਮੈਂਟ ਵਿੱਚ ਵੀ ਪਾ ਸਕਦੇ ਹੋ ਜਾਂ ਮੇਰੇ ਨਾਲ ਕਾਲਜ ਵਿੱਚ ਵੀ ਸੰਪਰਕ ਕਰ ਸਕਦੇ ਹੋ। ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੋਣਾ ਹੀ ਆ। ਸੋ ਪੇਪਰ ਦੋ, ਆਲ ਦਾ ਬੈਸਟ। ਪਿਆਰ ਦੇ ਨਾਲ ਪੇਪਰ ਦੇਣਾ ਆ, ਧਿਆਨ ਦੇ ਨਾਲ ਪੜ੍ਹ ਕੇ ਦੇਣਾ ਆ, ਨਕਲ ਨੁਕਲ ਨਹੀਂ ਮਾਰਨੀ। ਸੋ ਆਓ ਆਪਣੇ ਫਿਊਚਰ ਨੂੰ ਬਣਾਉਣ ਵੱਲ ਕਦਮ ਰੱਖੀਏ। ਸੋ ਧੰਨਵਾਦ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ।